हम ना सकत कार सिफत तुम्हारी, आप लिहो तुम कथा सुधारी। सतनाम श्री वाहिगुरु साहिब जियो। जब अज्ञान ब्रह्म को पहयो, तिस अज्ञान जगत निर्मयो। सतगुर बड़े भाग ते मिले, सो उपदेश देहे जब भले। वाहिगुरु जी का खालसा, वाहिगुरु जी की फतेह। परम सन्मानयोग गुरु की साजी नवाजी होई, गुरु रूप गुरु खालसा साध संगत जियो। जिनके भाग बड़े हैं पाई, तिन साधु संग मुख जुरे। आप जी अत्यंत बड़ भागे हो, जो कि सतगुਰਾਂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਅੱਜ ਦੇ ਜੋ ਦੀਵਾਨ ਬੁੱਧਵਾਰ ਦੇ ਸੰਧਿਆ ਦੇ ਦੀਵਾਨ ਸਜੇ ਹਨ, ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਦੇ ਜਥੇ ਵਿੱਚੋਂ ਭਾਈ ਸਰਬਜੀਤ ਸਿੰਘ ਜੀ, ਜੋ ਹੁਣੇ ਤਬਲੇ ਦੀ ਸੇਵਾ ਕਰ ਰਹੇ ਸਨ, ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਗੁਰਬਾਣੀ ਦੇ ਕੀਰਤਨ ਦੀ ਇਹ ਅਣਮੁੱਲੀ ਬਖਸ਼ਿਸ਼ ਕੀਤੀ ਹੈ। ਬਹੁਤ ਹੀ ਸੁੰਦਰ ਤਬਲੇ ਦੀ ਸੇਵਾ ਨਿਭਾਉਂਦੇ ਹਨ। ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਜੀ, ਜੋ ਗੁਰੂ ਘਰ ਦੇ ਅਨੰਨ ਸੇਵਕ ਸਨ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਪੂਰਿਆਂ ਕਰਕੇ ਪਰਸੋਂ ਅਕਾਲ ਚਲਾਣਾ ਕਰ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰੂ ਕੀ ਨਗਰੀ ਵਿੱਚ। ਸੋ ਉਹਨਾਂ ਦਾ ਅੰਤਮ ਸੰਸਕਾਰ ਅੱਜ ਰਾਤ ਜੋ ਉੱਥੇ ਬੀਤੀ ਹੈ, ਕੱਲ੍ਹ ਦਿਨੇ ਉੱਥੇ ਹੋਇਆ ਸੀ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਜੀ ਦੇ ਪਿਤਾ ਜੀ ਦੇ ਨਿਮਿਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ ਹੈ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਤਿਕਾਰਯੋਗ ਭਾਈ ਹਰਦੀਪ ਸਿੰਘ ਜੀ ਨੇ ਰਹਿਰਾਸ ਸਾਹਿਬ ਦੇ ਪਾਠ ਸਰਵਣ ਕਰਾਏ। ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਦੇ ਜਥੇ ਨੇ ਬੜਾ ਹੀ ਬੈਰਾਗਮਈ ਕੀਰਤਨ ਕੀਤਾ ਹੈ। ਉਪਰੰਤ ਭਾਈ ਵਰਿਆਮ ਸਿੰਘ ਜੀ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਰੂਪ, ਕਿਉਂਕਿ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸਿਰਫ ਅਰਦਾਸ ਹੀ ਕਰ ਸਕਦੇ ਹਾਂ, ਜਿਸ ਨਾਲ ਜ਼ੋਰ ਨਾ ਚੱਲਈ ਖਰੇ ਕੀਚੈ ਅਰਦਾਸ। ਜਿਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲਦਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੂਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਹਮਰਾ ਜ਼ੋਰ ਸਭ ਰਹਿਓ ਮੇਰੇ ਵੀਰ। ਸਾਡਾ ਸਾਰਿਆਂ ਦਾ ਜ਼ੋਰ ਲੱਗ ਜਾਂਦਾ ਹੈ, ਉਸ ਵਾਹਿਗੁਰੂ ਦੀ ਕੁਦਰਤ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਬੇਬਸੀ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਆਵਤ ਕਿਨੈ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਜਦੋਂ ਜੀਵ ਦੁਨੀਆ 'ਤੇ ਆਉਂਦਾ ਹੈ, ਆਉਂਦੇ ਹੋਏ ਨੂੰ ਕੋਈ ਰੋਕ ਨਹੀਂ ਸਕਦਾ ਵੀ ਅਸੀਂ ਜਨਮ ਨਹੀਂ ਲੈਣ ਦੇਣਾ ਕਿਸੇ ਨੂੰ। ਕੋਈ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਜੇ, ਜਿਸ ਬੱਚੇ ਨੇ ਜਨਮ ਲੈਣਾ ਉਹਨੇ ਲੈ ਹੀ ਲੈਣਾ। ਕੰਸ ਨੇ ਬੜੇ ਯਤਨ ਕੀਤੇ ਸੀ ਕਿ ਮੇਰਾ ਭਾਣਜਾ ਕ੍ਰਿਸ਼ਨ ਪੈਦਾ ਹੀ ਨਾ ਹੋਵੇ, ਕਿਉਂਕਿ ਉਸਨੂੰ ਪਤਾ ਸੀ ਜੇ ਕ੍ਰਿਸ਼ਨ ਜੰਮੇਗਾ ਮੈਨੂੰ ਮਾਰੇਗਾ। ਪਰ ਪਰਮੇਸ਼ਰ ਦੇ ਭਾਣੇ ਵਿੱਚ ਕ੍ਰਿਸ਼ਨ ਜੀ ਦਾ ਜਨਮ ਵੀ ਹੋਇਆ ਅਤੇ ਕ੍ਰਿਸ਼ਨ ਜੀ ਦੇ ਹੱਥੋਂ ਹੀ ਕੰਸ ਦੀ ਮੌਤ ਹੋਈ। ਵਾਹਿਗੁਰੂ ਪਰਮੇਸ਼ਰ ਨੇ ਜਿਸ ਨੂੰ ਭੇਜਣਾ ਦੁਨੀਆ ਵਿੱਚ, ਉਸ ਨੂੰ ਕੋਈ ਨਹੀਂ ਰੋਕ ਸਕਦਾ, ਅਤੇ ਜਿਸ ਨੂੰ ਬੁਲਾਉਣਾ ਹੈ ਉਸ ਨੂੰ ਕੋਈ ਰੱਖ ਵੀ ਨਹੀਂ ਸਕਦਾ। ਆਵਤ ਕਿਨੈ ਨਾ ਰਾਖਿਆ, ਆਉਂਦੇ ਨਹੀਂ ਰੋਕ ਸਕੇ, ਜਾਵਤ ਕਿਉਂ ਰਾਖਿਆ ਜਾਏ, ਜਾਂਦੇ ਕਿਵੇਂ ਰੋਕ ਸਕੋਗੇ। ਸੋ ਸਰਦਾਰ ਜੋਗਿੰਦਰ ਸਿੰਘ ਜੀ ਵਾਹਿਗੁਰੂ ਦੇ ਭਾਣੇ ਵਿੱਚ ਜਿੰਨੀ ਸਵਾਸਾਂ ਦੀ ਪੂੰਜੀ ਦਿੱਤੀ ਸੀ, ਉਹ ਪੂਰੀ ਕਰਕੇ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਹਨ। ਸਿਰਫ ਅਤੇ ਸਿਰਫ ਸਾਡੇ ਕੋਲ ਅਰਦਾਸ ਹੈ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਉ ਜਲ ਫੇਰਾ। ਹੇ ਵਾਹਿਗੁਰੂ,
ਜਿਹੜੀ ਆਤਮਾ, ਜਿਹੜੀ ਰੂਹ ਤੇਰੇ ਭਾਣੇ ਵਿੱਚ ਦੁਨੀਆ 'ਚ ਆਈ, ਉਹ ਤੇਰੇ ਭਾਣੇ ਵਿੱਚ ਚਲੀ ਗਈ। ਇਹ ਕਿਰਪਾ ਕਰੀ ਕਿ ਉਸ ਰੂਹ ਨੂੰ ਬਾਰ-ਬਾਰ ਜੰਮਣ ਮਰਨ ਦੇ ਚੱਕਰ ਵਿੱਚ ਨਾ ਪਾਵੀਂ, ਕਿਉਂਕਿ ਇਹ ਬਹੁਤ ਵੱਡੀ ਸਜ਼ਾ ਹੈ, ਜੰਮਣਾ ਤੇ ਮਰਨਾ। ਇਸ ਤੋਂ ਵਾਹਿਗੁਰੂ ਛੁਟਕਾਰਾ ਕਰਾ ਦੇਵੇ, ਇਹ ਆਤਮਾ ਪਰਮਾਤਮਾ 'ਚ ਮਿਲ ਜਾਵੇ, ਇਸ ਰੂਹ ਦਾ ਕਲਿਆਣ ਹੋ ਜਾਵੇ। ਸਾਰੇ ਧਰਮ ਕਰਮ ਜਪ ਤਪ ਪੂਜਾ ਪਾਠ ਅਸੀਂ ਇਸੇ ਲਈ ਕਰਦੇ ਹਾਂ। ਮੰਦਰ ਗੁਰਦੁਆਰੇ ਧਰਮ ਸਥਾਨ ਵੀ ਇਸੇ ਕਰਕੇ ਬਣੇ ਹੁੰਦੇ ਨੇ। ਉੱਥੇ ਜਾ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋ ਵੀ ਅਸੀਂ ਕਰਦੇ ਹਾਂ, ਸਾਰਿਆਂ ਦਾ ਇੱਕੋ ਹੀ ਅਖੀਰਲਾ ਨਿਸ਼ਾਨਾ ਹੈ ਕਿ ਸਾਡੀ ਰੂਹ ਨੂੰ ਸਕੂਨ ਮਿਲੇ। ਸੋ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਸਰਦਾਰ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਅਤੇ ਉਹਨਾਂ ਦੇ ਬੱਚੇ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦੇ ਦੂਸਰੇ ਵੀਰ ਜੀ ਜੋ ਕੈਨੇਡਾ ਤੋਂ ਹੁਣੇ ਸੰਸਕਾਰ 'ਤੇ ਪਹੁੰਚੇ ਇੰਡੀਆ, ਉਹਨਾਂ ਨੂੰ ਵੀ ਮਹਾਰਾਜ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਚੱਲ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦਿੱਲੀ ਮਜਨੂ ਦੇ ਟਿੱਲੇ ਜਾ ਪਹੁੰਚੇ ਹਨ। ਬਾਦਸ਼ਾਹ ਨੇ ਬੇਨਤੀ ਕਰ ਭੇਜੀ ਸੀ ਗੁਰੂ ਸਾਹਿਬ ਦਿੱਲੀ ਤਸ਼ਰੀਫ ਲਿਆਉਣ। ਭਾਈ ਵਜ਼ੀਰ ਖਾਨ ਜੀ ਅਤੇ ਕਿੰਚ ਬੇਗ ਜੀ ਸਤਿਗੁਰਾਂ ਨੂੰ ਲੈਣ ਵਾਸਤੇ ਆਏ। ਬੜੇ ਸਨਮਾਨਪੂਰਵਕ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਤਿਆਰ ਕੀਤਾ। ਮਹਾਰਾਜ ਆਪਣੀਆਂ ਫੌਜਾਂ ਸਮੇਤ, ਨਿਸ਼ਾਨਾ ਨਗਾਰਿਆਂ ਸਮੇਤ ਦਿੱਲੀ ਮਜਨੂ ਦੇ ਟਿੱਲੇ ਜਾ ਉਤਰੇ ਹਨ। ਜਮਨਾ ਦੇ ਕਿਨਾਰੇ 'ਤੇ ਫੌਜਾਂ ਨੇ ਪੜਾਅ ਕੀਤਾ। ਹਜ਼ਾਰਾਂ ਦਿੱਲੀ ਦੇ ਸਿੱਖ ਸੇਵਕ ਗੁਰੂ ਕੇ ਦਰਸ਼ਨਾਂ ਲਈ ਆ ਗਏ। ਸੰਗਤਾਂ ਨੇ ਦਰਸ਼ਨ ਕੀਤੇ। ਹਿੰਦੂ ਮੁਸਲਮਾਨ ਸਭ ਬਰਸਾਏ ਗਏ। ਬੜੀ ਬਖਸ਼ਿਸ਼ ਹੋਈ, ਬੜੀ ਰਹਿਮਤ ਹੋਈ। ਜਦੋਂ ਰਾਤ ਸਤਿਗੁਰੂ ਜੀ ਆਪਣੇ ਆਸਣ 'ਤੇ ਟਿਕ ਗਏ, ਸਭ ਫੌਜਾਂ ਆਪਣੇ ਆਪਣੇ ਆਸਣਾਂ 'ਤੇ ਟਿਕ ਗਈਆਂ, ਸੰਗਤਾਂ ਘਰਾਂ ਨੂੰ ਚਲੀਆਂ ਗਈਆਂ, ਤਾਂ ਮਜਨੂ ਦੇ ਟਿੱਲੇ ਦਾ ਨਿਵਾਸੀ ਸੰਤ, ਜਿਸ ਦਾ ਇਸ ਜਗ੍ਹਾ 'ਤੇ ਸਥਾਨ ਹੈ ਮਜਨੂ ਦਾ, ਪਹਿਲਾਂ ਇਹ ਟਿੱਲਾ ਸੀ ਸੰਤਾਂ ਜੋਗੀਆਂ ਮਹਾਂਪੁਰਸ਼ਾਂ ਦਾ, ਇਸੇ ਕਰਕੇ ਮਜਨੂ ਦਾ ਟਿੱਲਾ ਕਹਿੰਦੇ ਹਨ। ਰਵਾਇਤ ਹੈ ਕਿ ਮਜਨੂ ਜਦੋਂ ਫਕੀਰ ਹੋ ਗਿਆ ਸੀ, ਲੈਲਾ ਨੂੰ ਉਹ ਪਹਿਲਾਂ ਤਾਂ ਲੈਲਾ ਨੂੰ ਮਿਲਣਾ ਚਾਹੁੰਦਾ ਸੀ, ਪਰ ਜਦੋਂ ਉਹਦੀ ਲਿਵ ਲੱਗ ਗਈ, ਪਰਮੇਸ਼ਰ ਨੂੰ ਧਿਆਨ ਲੱਗ ਪਿਆ ਅਤੇ ਲੈਲਾ ਅੰਦਰ ਆ ਗਈ। ਭਾਈ ਵੀਰ ਸਿੰਘ ਜੀ ਬਚਨ ਕਰਦੇ ਨੇ, ਲੈਲਾ ਲੈਲਾ ਕਰਦਾ ਮਜਨੂ ਆਪੇ ਲੈਲਾ ਹੋਇਆ। ਲੈਲਾ ਲੈਲਾ ਕਰਦਾ ਮਜਨੂ ਆਪੇ ਲੈਲਾ ਹੋਇਆ। ਅਤੇ ਉਸ ਲਿਵ ਦੇ ਵਿੱਚ ਹੀ ਲੈਲੀ ਵੀ ਹੁਣ ਖਿੱਚ ਖਾਏ ਕੇ ਮਜਨੂ ਲੱਭਦੀ ਆਈ। ਕਹਿੰਦੇ ਉਹ ਵੀ ਲੱਭਦੀ ਆਈ ਅਤੇ ਲੈਲੀ ਕੁੱਕਣ ਲੱਗ ਪਈ, ਮਜਨੂ ਅੱਖਾਂ ਖੋਲ੍ਹ, ਮੈਂ ਆ ਗਈ ਹਾਂ। ਮਜਨੂ ਕਹਿੰਦਾ ਹੁਣ ਅੱਖਾਂ ਖੋਲ੍ਹਣ ਦੀ ਲੋੜ ਨਹੀਂ, ਜਿਸ ਲੈਲਾ ਨੂੰ ਮੈਂ ਲੱਭਦਾ ਉਹ ਮੇਰੇ ਅੰਦਰ ਹੈ, ਬਾਹਰ ਤਾਂ ਇੱਕ ਭਰਮ ਹੀ ਹੈ। ਫਿਰ ਉਸ ਅਵਸਥਾ ਦੇ ਵਿੱਚ ਉਹ ਇੱਥੇ ਆ ਕੇ ਟਿਕ ਗਿਆ। ਇਹ ਰਵਾਇਤਾਂ ਨੇ, ਕਈ ਗੱਲਾਂ ਐਸੀਆਂ ਨੇ ਜਿਹੜੀਆਂ ਅਧਿਆਤਮਿਕ ਤੌਰ 'ਤੇ ਧਿਆਨ ਦੀ ਅਵਸਥਾ ਵਿੱਚ ਹੀ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ। ਉਹਨਾਂ ਨੂੰ ਸੰਸਾਰੀ ਮਾਇਕ ਦਲੀਲਾਂ ਨਾਲ ਸਿੱਧ ਨਹੀਂ ਕੀਤਾ ਜਾ ਸਕਦਾ। ਕਹਿੰਦੇ ਵੀ ਜਦੋਂ ਉਹ ਧਿਆਨ ਵਿੱਚ ਬੈਠੇ ਨੂੰ ਅਕਾਲ ਪੁਰਖ ਨਾਲ ਇੱਕਮਿਕਤਾ ਪ੍ਰਾਪਤ ਹੋਈ, ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਆ ਕੇ ਮਜਨੂ ਨੂੰ ਦਰਸ਼ਨ ਦਿੱਤੇ ਅਤੇ ਮਜਨੂ ਕਿਰਤਾਰਥ ਹੋ ਗਿਆ, ਸਿੱਧ ਹੋ ਗਿਆ। ਉਹਦਾ ਜੋ ਟਿਕਾਣਾ ਸੀ ਉਹਨੂੰ ਕਹਿੰਦੇ ਸੀ ਮਜਨੂ ਦਾ ਟਿੱਲਾ। ਉੱਥੇ ਉਹਦੀ ਰੂਹ, ਉਹਦੀ ਆਤਮਾ ਉੱਥੇ ਨਿਵਾਸ ਕਰਦੀ ਹੈ। ਅਤੇ ਗੁਰੂ ਸਾਹਿਬ ਮਹਾਰਾਜ ਜਦੋਂ 6ਵੇਂ ਪਾਤਸ਼ਾਹ ਜੀ ਆਏ ਨੇ, ਰਾਤ ਟਿਕ ਗਈ ਹੈ, ਸਭ ਸੰਗਤਾਂ ਚਲੀਆਂ ਗਈਆਂ ਨੇ, ਫੌਜਾਂ ਆਪੋ ਆਪਣੇ ਪੜਾਵਾਂ 'ਤੇ ਚਲੀਆਂ ਗਈਆਂ ਨੇ। ਇਕੱਲੇ ਸਤਿਗੁਰੂ ਜੀ ਤੰਬੂ ਵਿੱਚ ਵਿਰਾਜਮਾਨ ਨੇ 6ਵੇਂ ਪਾਤਸ਼ਾਹ। ਉਸ ਵੇਲੇ ਮਜਨੂ ਨੇ ਆ ਮੱਥਾ ਟੇਕਿਆ। ਸੰਤ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਕਿਰਪਾ ਕਰਕੇ ਦੱਸੋ, ਮੈਂ ਕੁਝ ਪ੍ਰਸ਼ਨ ਪੁੱਛਣੇ ਨੇ, ਮੇਰੇ ਕੁਝ ਕੁਐਸਚਨ ਹਨ, ਮੇਰੇ ਕੁਝ ਸਵਾਲ ਹਨ ਜਿਹੜੇ ਆਪ ਜੀ ਤੋਂ ਬਿਨਾਂ ਕੋਈ ਸਿੱਧ ਨਹੀਂ ਕਰ ਸਕਦਾ, ਜਵਾਬ ਨਹੀਂ ਦੇ ਸਕਦਾ। ਕਿਰਪਾ ਕਰੋ ਮੇਰੇ ਸਵਾਲਾਂ ਨੂੰ ਹੱਲ ਕਰੋ।
ਮਹਾਰਾਜ ਕਹਿੰਦੇ ਸੰਤ ਜੀ ਜੋ ਪੁੱਛਣਾ ਚਾਹੁੰਦੇ ਹੋ ਨਿਰਸੰਸੇ ਪੁੱਛ ਲਓ, ਬੇਚੱਕ ਹੋ ਕੇ ਪੁੱਛ ਲਓ, ਅਸੀਂ ਤੁਹਾਨੂੰ ਸਾਰੀ ਗੱਲ ਵੇਰਵੇ ਸਹਿਤ ਦੱਸਾਂਗੇ। ਤਾਂ ਉਸ ਸੰਤ ਨੇ ਬੇਨਤੀ ਕੀਤੀ, ਮਹਾਰਾਜ ਇਹ ਜਗਤ ਝੂਠਾ ਹੈ ਜਾਂ ਇਹ ਜਗਤ ਸੱਚਾ ਹੈ? ਆ ਜੋ ਦੁਨੀਆ ਹੈ, ਮਾਇਆ ਦਾ ਪਸਾਰਾ ਦਿਸ ਰਿਹਾ ਹੈ, ਇਹ ਸੱਚਾ ਹੈ ਜਾਂ ਇਹ ਝੂਠਾ ਹੈ? ਕਿਉਂਕਿ ਕੁਝ ਲੋਕ ਕਹਿੰਦੇ ਨੇ ਵੀ ਇਹ ਝੂਠਾ ਹੈ, ਕੁਝ ਲੋਕ ਕਹਿੰਦੇ ਨੇ ਕਿ ਇਹ ਸੱਚਾ ਹੈ। ਆਪ ਜੀ ਦਾ ਕੀ ਖਿਆਲ ਹੈ? ਮਹਾਰਾਜ ਕਹਿਣ ਲੱਗੇ, ਸੰਤ ਜੀ ਜੇ ਜਗਤ ਸੱਚਾ ਹੋਵੇ ਤਾਂ ਜਗਤ ਦੇ ਸਾਰੇ ਲੋਕ ਸਦਾ ਰਹਿਣੇ ਚਾਹੀਦੇ ਹਨ, ਸਾਰੀਆਂ ਚੀਜ਼ਾਂ ਸਦਾ ਰਹਿਣੀਆਂ ਚਾਹੀਦੀਆਂ ਨੇ, ਪਰ ਕੋਈ ਵੀ ਚੀਜ਼ ਸਦਾ ਰਹਿੰਦੀ ਨਹੀਂ। ਸਭ ਚੀਜ਼ਾਂ ਬਿਨਸ ਜਾਂਦੀਆਂ ਨੇ, ਬਦਲ ਜਾਂਦੀਆਂ ਨੇ। ਹਰ ਚੀਜ਼ ਦਾ ਰੂਪ ਬਦਲਦਾ ਹੈ, ਰੰਗ ਬਦਲਦਾ ਹੈ। ਬਚਪਨ ਤੋਂ ਜਵਾਨੀ ਆ ਜਾਂਦੀ, ਬਚਪਨ ਚਲਾ ਜਾਂਦਾ, ਜਵਾਨੀ ਚਲੀ ਜਾਂਦੀ, ਬੁਢੇਪਾ ਆ ਜਾਂਦਾ, ਜਵਾਨੀ ਚਲੀ ਜਾਂਦੀ ਹੈ, ਬੁਢੇਪਾ ਚਲਾ ਜਾਂਦਾ, ਮੌਤ ਆ ਜਾਂਦੀ ਹੈ, ਸਰੀਰ ਹੀ ਖਤਮ ਹੋ ਜਾਂਦਾ ਹੈ। ਇਸ ਕਰਕੇ ਇਹ ਝੂਠਾ ਹੈ। ਪਰ ਜੇ ਦੇਖਿਆ ਜਾਵੇ, ਜਿਹੜੀ ਝੂਠੀ ਚੀਜ਼ ਹੁੰਦੀ ਹੈ ਉਹ ਦਿਸਦੀ ਕੋਈ ਨਹੀਂ, ਇਹ ਦਿਸਦਾ ਹੈ, ਸਾਰਿਆਂ ਨੂੰ ਸੱਚਾ ਪ੍ਰਤੀਤ ਹੋ ਰਿਹਾ ਹੈ। ਇਸ ਕਰਕੇ ਨਾ ਇਹ ਸੱਚਾ ਹੈ ਨਾ ਇਹ ਝੂਠਾ ਹੈ। ਇਹਦੇ ਲਈ ਅਨਰਵਚਨੀਏ ਸ਼ਬਦ ਮਹਾਂਪੁਰਸ਼ਾਂ ਨੇ ਦੱਸਿਆ, ਮਾਇਆ ਅਨਰਵਚਨੀਏ ਹੈ, ਕੁਛ ਨਹੀਂ ਕਹਿ ਸਕਦੇ। ਕੀ ਹੈ ਇਹ? ਵਾਹਿਗੁਰੂ ਹੀ ਜਾਣਦਾ ਹੈ। ਪਰਮੇਸ਼ਰ ਦੇ ਵਾਹਿਗੁਰੂ ਦੇ ਸਰੂਪ ਨੂੰ ਭੁੱਲ ਜਾਣ ਕਰਕੇ ਭੁੱਲ ਗਇਓ ਅਗਿਆਨ ਤੇ ਆਤਮ ਆਪਣ ਰੂਪ। ਜਦੋਂ ਬ੍ਰਹਮ ਨੂੰ ਅਗਿਆਨ ਵਾਪਰਦਾ ਹੈ, ਕਿਉਂਕਿ ਅਗਿਆਨ ਵੀ ਬ੍ਰਹਮ ਦੇ ਅੰਦਰ ਹੀ ਰਹਿੰਦਾ ਹੈ, ਕੁੱਲ ਪਸਾਰਾ ਬ੍ਰਹਮ ਦਾ ਹੈ, ਜੋ ਦੀਸੈ ਸੋ ਬ੍ਰਹਮ ਦਾ ਹੀ ਰੂਪ ਹੈ, ਉਹਦੇ ਇੱਕ ਹਿੱਸੇ 'ਚ ਅਗਿਆਨ ਰਹਿੰਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਦੇ ਬਚਨ ਲਿਖੇ ਨੇ, ਗੁਰਪ੍ਰਤਾਪ ਸੂਰਜ ਵਿੱਚ 5ਵੀਂ ਰੁੱਤ 'ਚ ਆਉਣਗੇ, ਬੜੇ ਵਿਸਥਾਰ ਨਾਲ ਫਿਰ ਉਹ ਕਥਾ ਸੁਣਾਂਗੇ ਆਪਾਂ। ਜਦੋਂ ਭਾਈ ਦਇਆ ਸਿੰਘ ਜੀ ਕਹਿੰਦੇ ਨੇ, ਬਿਨ ਆਕਾਰ ਬਿਨ ਜਨਮ ਅਨਾਦਿ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ, ਨਾਮ ਅਗਿਆਨ ਲਏ ਖਟ ਸੰਗਿਆ ਇੱਕ ਵਿਆਪਕ ਚੇਤਨ ਵਿੱਚ ਤਾਹੇ। ਉਹ ਕਹਿੰਦੇ ਨੇ ਆਕਾਰ ਤੋਂ ਬਿਨਾਂ ਹੈ, ਅਗਿਆਨ ਦਾ ਕੋਈ ਆਕਾਰ ਨਹੀਂ, ਅਗਿਆਨ ਦਾ ਕੋਈ ਆਕਾਰ ਨਹੀਂ, ਅਗਿਆਨ ਦਾ ਜਨਮ ਵੀ ਨਹੀਂ ਹੁੰਦਾ, ਕਦੋਂ ਜੰਮਿਆ ਸੀ ਕੋਈ ਡੇਟ ਪੱਕੀ ਨਹੀਂ ਹੈ। ਬਿਨ ਆਕਾਰ ਬਿਨ ਜਨਮ ਅਨਾਦਿ, ਅਨਾਦਿ ਕਰੋੜਾਂ ਅਰਬਾਂ ਖਰਬਾਂ ਸਾਲਾਂ ਤੋਂ, ਕਦੋਂ ਤੋਂ ਹੈ, ਅਨਾਦਿ ਹੈ, ਆਦਿ ਹੈ ਹੀ ਨਹੀਂ ਕੋਈ। ਬਿਨ ਆਕਾਰ ਬਿਨ ਜਨਮ ਅਨਾਦਿ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ, ਬ੍ਰਹਮ ਦੇ ਇੱਕ ਹਿੱਸੇ 'ਚ ਰਹਿੰਦਾ। ਜਿਵੇਂ ਸਾਡੇ ਸਰੀਰ ਦੇ ਅੰਦਰ ਬਹੁਤ ਵੱਡਾ ਸਾਡਾ ਸਰੀਰ ਹੈ, ਇਹਦੇ 'ਚ ਇੱਕ ਤਿਲ ਹੁੰਦਾ ਮਾੜਾ ਜਿਹਾ, ਇਹ ਕਈ ਵਾਰੀ ਗੱਲਾਂ 'ਤੇ ਹੁੰਦਾ, ਕਿਸੇ ਦੀ ਮੱਥੇ 'ਤੇ ਹੁੰਦਾ, ਕਿਸੇ ਦੇ ਸਰੀਰ 'ਤੇ ਤਿਲ ਨਹੀਂ ਹੁੰਦਾ। ਇੰਨਾ ਕੁ ਹਿੱਸਾ ਅਗਿਆਨ ਵੀ ਵਿੱਚ ਹੀ ਰਹਿੰਦਾ ਬ੍ਰਹਮ ਦੇ। ਉਹ ਜਿਹੜਾ ਅਗਿਆਨ ਹੈ ਉਹਦਾ ਸਰੂਪ ਕੀ ਹੈ? ਆਈ ਡੋਂਟ ਨੋ, ਮੈਂ ਨਹੀਂ ਜਾਣਦਾ। ਹਰ ਬੰਦਾ ਇਹ ਕਹਿ ਦਿੰਦਾ, ਇਹ ਮੈਨੂੰ ਨਹੀਂ ਪਤਾ। ਜਿਹੜਾ ਮੈਨੂੰ ਨਹੀਂ ਪਤਾ ਸ਼ਬਦ ਹੈ, ਇਹ ਅਗਿਆਨ ਦਾ ਸਰੂਪ ਹੈ। ਬਿਨ ਆਕਾਰ ਬਿਨ ਜਨਮ ਅਨਾਦਿ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ, ਨਾਮ ਅਗਿਆਨ, ਉਹਦਾ ਨਾਮ ਅਗਿਆਨ। ਲਏ ਖਟ ਸੰਗਿਆ, 6 ਉਹਦੀਆਂ ਇਹ ਸੰਗਿਆ ਹਨ। ਪਹਿਲੀ ਇੱਕ ਵਿਆਪਕ ਚੇਤਨ ਵਿੱਚ ਤਾਹੇ, ਉਹ ਵਿਆਪਕ ਚੇਤਨ ਹੈ, ਚੇਤਨਾ ਦੇ ਵਿੱਚ ਅਚੇਤ ਰਹਿੰਦਾ। ਕਿਉਂਕਿ ਪੱਥਰ ਨੇ ਕਦੀ ਨਹੀਂ ਕਿਹਾ ਮੈਂ ਨਹੀਂ ਜਾਣਦਾ, ਬੰਦਾ ਹੀ ਕਹਿੰਦਾ ਨਾ ਕਿ ਮੈਂ ਨਹੀਂ ਜਾਣਦਾ। ਚੇਤਨ ਹੀ ਅਚੇਤ ਹੈ। ਆਖੋ ਸ੍ਰੀ ਵਾਹਿਗੁਰੂ। ਚੇਤਨਾ ਦੇ ਵਿੱਚ ਅਚੇਤਨਾ ਹੈ, ਉਹਨੂੰ ਅਗਿਆਨ ਕਹਿੰਦੇ ਨੇ। ਸੋ ਹੁਣ ਮਹਾਰਾਜ 6ਵੇਂ ਪਾਤਸ਼ਾਹ ਉਸ ਸੰਤ ਨੂੰ ਦੱਸਣ ਲੱਗੇ ਹੈ। ਸਰਵਣ ਕਰੀਏ, ਪਿਆਰ ਨਾਲ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਗਿਆਨ ਬ੍ਰਹਮ ਕੋ ਭਇਓ, ਜਦੋਂ ਬ੍ਰਹਮ ਨੂੰ ਅਗਿਆਨ ਵਾਪਰ ਗਿਆ, ਉਹ ਕਹਿੰਦਾ ਮੈਨੂੰ ਪਤਾ ਨਹੀਂ ਰਿਹਾ। ਹਾਂਜੀ, ਤਿਸ ਅਗਿਆਨ ਜਗਤ ਨਿਰਮਯੋ, ਉਸ ਬ੍ਰਹਮ ਦੇ ਅਗਿਆਨ ਕਰਕੇ, ਉਸ ਅਗਿਆਨ ਕਰਕੇ ਜਗਤ ਪੈਦਾ ਹੁੰਦਾ।
ਅਗਿਆਨ ਵੀ ਬ੍ਰਹਮ ਨੂੰ ਹੀ ਹੁੰਦਾ ਤੇ ਗਿਆਨ ਵੀ ਬ੍ਰਹਮ ਨੂੰ ਹੀ ਹੁੰਦਾ, ਤੇ ਬ੍ਰਹਮ ਗਿਆਨ ਸਰੂਪ ਵੀ ਹੈ ਤੇ ਅਗਿਆਨ ਸਰੂਪ। ਇੱਕ ਹਿੱਸੇ 'ਚ ਅਗਿਆਨ ਵੀ ਰਹਿੰਦਾ, ਉਹਦੇ ਚੇਤਨਾ ਦੇ ਅੰਦਰ ਹੀ ਰਹਿੰਦਾ, ਤੇ ਉਸ ਅਗਿਆਨ ਵਿੱਚੋਂ ਇਹ ਜਗਤ ਪੈਦਾ ਹੁੰਦਾ, ਇਹ ਸੰਸਾਰ ਪੈਦਾ ਹੁੰਦਾ। ਇਸ ਸੰਸਾਰ ਦਾ ਜਨਮਦਾਤਾ ਇੱਕ ਤਰ੍ਹਾਂ ਨਾਲ ਅਗਿਆਨ ਹੀ ਹੈ। ਹਾਂਜੀ, ਸਤਿਗੁਰ ਵੱਡੇ ਭਾਗ ਤੇ ਮਿਲੇ, ਕਿਸੇ ਬੰਦੇ ਨੂੰ ਵੱਡੇ ਭਾਗਾਂ ਨਾਲ ਸਤਿਗੁਰੂ ਮਿਲ ਜਾਂਦੇ ਹਨ। ਸੋ ਉਪਦੇਸ਼ ਦੇਹੇ ਜਬ ਭਲੇ, ਉਹ ਕਿਰਪਾ ਦ੍ਰਿਸ਼ਟੀ ਕਰਕੇ, ਮਿਹਰ ਦੀ ਨਿਗਾਹ ਕਰਕੇ ਸਿਰ 'ਤੇ ਹੱਥ ਰੱਖ ਦਿੰਦੇ ਨੇ ਤੇ ਉਪਦੇਸ਼ ਦਿੰਦੇ ਨੇ ਭਲੀ ਪ੍ਰਕਾਰ। ਜੈਸੇ ਰੱਜੂ ਗਿਆਤਾ ਕੋਏ, ਉਸ ਨੂੰ ਇੱਦਾਂ ਸਮਝ ਆ ਜਾਂਦੀ ਹੈ ਜਿਵੇਂ ਰੱਜੂ ਦੇ ਗਿਆਤਾ ਨੂੰ, ਰੱਸੀ ਦੇ ਗਿਆਤਾ ਨੂੰ ਪਤਾ ਲੱਗ ਜਾਂਦਾ ਵੀ ਰੱਸੀ ਹੈ, ਸੱਪ ਕੋਈ ਨਹੀਂ। ਜਿਹਨੂੰ ਸਾਫ਼ ਕਲੀਅਰ ਰੱਸੀ ਦਿਸ ਗਈ ਹੈ, ਉਹਨੂੰ ਤਾਂ ਨਹੀਂ ਸੱਪ ਦਾ ਭਰਮ ਪੈਂਦਾ। ਸੱਪ ਦਾ ਭਰਮ ਉਦੋਂ ਪੈਂਦਾ ਜਦੋਂ ਰੱਸੀ ਦਾ ਕਲੀਅਰ ਗਿਆਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਭਗਤ ਰਵਿਦਾਸ ਜੀ ਦੇ ਬਚਨ ਨੇ ਸੋਠ ਵਿੱਚ, ਕਹਿੰਦੇ ਰੱਜੂ ਦਾ, ਸੱਪ ਦਾ, ਰੱਸੀ ਦਾ ਬੜਾ ਪੁਰਾਣਾ ਪ੍ਰਸੰਗ ਚੱਲਿਆ ਹੁੰਦਾ। ਸਾਡੇ ਦਾਦੇ ਨੂੰ ਵੀ ਰੱਸੀ 'ਚ ਸੱਪ ਦਿਸਿਆ ਸੀ, ਤੇ ਦਾਦੇ ਦੇ ਦਾਦੇ ਨੂੰ ਵੀ ਰੱਸੀ 'ਚ ਸੱਪ ਦਿਸਿਆ ਸੀ, ਤੇ ਗਾਂ ਉਹਦੇ ਦਾਦੇ ਨੂੰ ਵੀ ਰੱਸੀ 'ਚ ਸੱਪ ਦਿਸਿਆ ਸੀ। ਇਹ ਕਰੋੜਾਂ ਸਾਲਾਂ ਤੋਂ ਚੱਲਿਆ ਹੁੰਦਾ, ਅੱਜ ਸਾਨੂੰ ਵੀ ਦਿਸਦਾ। ਅਸੀਂ ਪੜ੍ਹੇ ਲਿਖੇ ਹਾਂ, ਇੱਕ ਮਿਸਾਲ ਬੜੀ ਵਾਰੀ ਪੜ੍ਹੀ ਹੈ, ਪਰ ਅਜੇ ਵੀ ਸਾਡੇ ਸਾਹਮਣੇ ਹਨੇਰੇ ਵਿੱਚ ਸਵੇਰੇ 5 ਵਜੇ ਦਾ ਟਾਈਮ ਹੋਵੇ, ਘੁਸ ਮੁਸਲਾ ਜਿਹਾ, ਨਾ ਬਹੁਤੀ ਰੋਸ਼ਨੀ ਹੋਵੇ, ਨਾ ਬਹੁਤਾ ਹਨੇਰਾ ਹੋਵੇ। ਜੇ ਤੇ ਬਹੁਤਾ ਹਨੇਰਾ ਹੋਵੇ, ਗੂੜਾ ਹੀ ਹਨੇਰਾ, ਫਿਰ ਤਾਂ ਰੱਸੀ ਵੀ ਚਮਕਣੀ ਨਹੀਂ। ਫਿਰ ਤਾਂ ਸੱਪ ਦਾ ਭੁਲੇਖਾ ਪੈਣਾ ਜਾਂ ਰੱਸੀ ਦਾ ਭੁਲੇਖਾ ਪੈਣਾ ਗੱਲ ਹੀ ਨਹੀਂ ਨਾ। ਥੋੜ੍ਹਾ ਚਾਨਣਾ ਵੀ ਚਾਹੀਦਾ, ਥੋੜ੍ਹਾ ਹਨੇਰਾ ਵੀ ਚਾਹੀਦਾ। ਅਗਿਆਨ ਆਤਮਾ ਦਾ ਹਨੇਰਾ ਵੀ ਹੈ ਅਤੇ ਆਤਮਾ ਦਾ ਪ੍ਰਕਾਸ਼ ਵੀ ਹੈ। ਉਹ ਘੁਸ ਮੁਸਲਾ ਹੈ, ਉਹਦੇ ਵਿੱਚ ਰੱਸੀ ਦਾ ਸੱਪ ਬਣਿਆ ਹੋਇਆ ਹੈ। ਕਹਿੰਦੇ ਜਿਸ ਨੂੰ ਰੱਜੂ ਦਾ, ਰੱਸੀ ਦਾ ਕਲੀਅਰ ਗਿਆਨ ਹੋ ਜਾਂਦਾ, ਸਾਫ਼ ਪਤਾ ਲੱਗ ਜਾਂਦਾ ਵੀ ਇਹ ਰੱਸੀ ਹੈ, ਉਹਨੂੰ ਫਿਰ ਸੱਪ ਨਹੀਂ ਦਿਸਦਾ। ਹਾਂਜੀ, ਉਪਦੇਸ਼ ਹੈ ਇਹ ਨਹਿ ਇਹ ਹੋਏ, ਗੁਰੂ ਉਪਦੇਸ਼ ਦਿੰਦੇ ਨੇ ਬਈ ਇਹ ਰੱਸੀ ਹੈ, ਇਹ ਸੱਪ ਨਹੀਂ। ਇਹ ਰੱਸੀ ਕੀ ਹੈ? ਬ੍ਰਹਮ ਰੱਸੀ ਹੈ। ਸੱਪ ਕੀ ਹੈ? ਜਗਤ ਸੱਪ ਹੈ। ਆਖੋ ਸ੍ਰੀ ਵਾਹਿਗੁਰੂ। ਹੈ ਬ੍ਰਹਮ, ਦਿਸਦਾ ਜਗਤ ਹੈ। ਆਖੋ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਹਨੂੰ ਕਹਿੰਦੇ ਵਿਵਰਤਵਾਦ। ਵਸਤੂ ਹੋਵੇ ਹੋਰ, ਦਿਸੇ ਹੋਰ। ਹੈ ਰੱਸੀ, ਦਿਸਦਾ ਸੱਪ ਹੈ। ਕਹਿੰਦੇ ਗੁਰੂ ਕਹਿੰਦਾ ਵੀ ਸੱਪ ਨਹੀਂ, ਰੱਸੀ ਹੈ। ਕਲੀਅਰ ਕਰਕੇ ਦਿਖਾ ਦਿੱਤਾ। ਉਹ ਜਿਹੜਾ ਭੁਲੇਖਾ ਪੈ ਰਿਹਾ ਸੀ ਉਹ ਦੂਰ ਕਰ ਦਿੱਤਾ। ਮੈਂ ਨੀਕੇ ਹੇਰੀ ਰਜ ਕਹੈ, ਗੁਰੂ ਕਹਿੰਦਾ ਮੈਂ ਚੰਗੀ ਤਰ੍ਹਾਂ ਵੇਖਿਆ ਰੱਸੀ ਹੈ, ਤੂੰ ਡਰ ਨਾ, ਸੱਪ ਕੋਈ ਨਹੀਂ। ਉਹ ਦਿਖਾ ਵੀ ਦਿੰਦਾ, ਸ਼ਬਦ ਦਾ ਦੀਵਾ ਬਾਲ ਕੇ ਨਾ ਕਲੀਅਰ ਕਰਦਾ, ਆਹ ਦੇਖ ਇਹ ਰੱਸੀ ਹੈ। ਜਦੋਂ ਰੱਸੀ ਦਿਸਦੀ ਹੈ, ਸੱਪ ਫਿਰ ਕਿੱਥੇ ਰਹਿੰਦਾ? ਉੱਡ ਜਾਂਦਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਸਤਿਗੁਰੂ ਫਿਰ ਪ੍ਰਕਾਸ਼ ਕਰਕੇ ਦਿਖਾ ਦਿੰਦੇ ਨੇ, ਆਹ ਦੇਖ ਬਈ ਇਹ ਰੱਸੀ ਹੈ, ਕਲੀਅਰ ਕਰ ਦਿੰਦੇ ਨੇ। ਹਾਂਜੀ, ਭੈ ਅਰ ਕੰਪ ਤਿਸੀ ਕੋ ਦਹੈ, ਜਿਹਨੂੰ ਸੱਪ ਦਿਸ ਰਿਹਾ ਹੈ, ਜਿਸ ਨੂੰ ਰੱਸੀ ਕਲੀਅਰ ਨਹੀਂ, ਰੱਸੀ ਦਾ ਆਵਰਣ ਭੰਗ ਨਹੀਂ ਹੋਇਆ, ਪਰਦਾ ਨਹੀਂ ਉੱਪਰੋਂ ਦੂਰ ਹੋਇਆ, ਉਹਨੂੰ ਭੈ ਵੀ ਆਉਂਦਾ, ਕੰਬਣੀ ਵੀ ਛਿੜਦੀ ਹੈ। ਸੱਪ ਨੂੰ ਦੇਖ ਕੇ ਕੰਬਣੀ ਛਿੜਦੀ ਹੈ ਨਾ, ਰੱਸੀ ਨੂੰ ਦੇਖ ਕੇ ਵੀ ਕੰਬਣੀ ਛਿੜਦੀ ਹੈ, ਪਰ ਉਦੋਂ ਜਦੋਂ ਰੱਸੀ ਦਾ ਸੱਪ ਬਣਿਆ ਹੁੰਦਾ। ਜਦੋਂ ਕਲੀਅਰ ਰੱਸੀ ਦਿਸਦੀ, ਰੱਸੀ ਨੂੰ ਦੇਖ ਕੇ ਤਾਂ ਕਦੀ ਨਹੀਂ ਕੰਬੇਗਾ, ਰੱਸੀ ਨੂੰ ਦੇਖ ਕੇ ਤਾਂ ਨਹੀਂ ਡਰੇਗਾ, ਡਰੇਗਾ ਤੇ ਸੱਪ ਨੂੰ ਦੇਖ ਕੇ ਡਰੇਗਾ। ਕਹਿੰਦੇ ਜਦੋਂ ਰੱਬ ਦੇ, ਪਰਮਾਤਮਾ ਦੇ, ਬ੍ਰਹਮ ਦੇ ਰੱਸੀ ਦੇ ਦਰਸ਼ਨ ਹੁੰਦੇ ਨੇ, ਫਿਰ ਮਾਇਆ ਦੇ, ਜਗਤ ਦੇ, ਸੰਸਾਰ ਦੇ ਸੱਪ ਉੱਡ ਜਾਂਦੇ ਨੇ। ਫਿਰ ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਕੌਣ ਮਾਰੇਗਾ, ਕੌਣ ਮਰੇਗਾ? ਆਤਮ ਪ੍ਰਕਾਸ਼ ਹੋ ਗਿਆ। ਉਸ ਅਵਸਥਾ ਵਿੱਚ ਬ੍ਰਹਮ ਗਿਆਨੀ ਮਹਾਂਪੁਰਸ਼ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ,
ਕੰਚਨ ਮਾਟੀ ਮਨ ਹੈ। ਉਹਨੂੰ ਫਿਰ ਕੋਈ ਡਰ, ਕੋਈ ਖਤਰਾ, ਕੋਈ ਭਉ ਨਹੀਂ ਵਿਆਪਦਾ। ਹਾਂਜੀ, ਤਿਮ ਉਪਦੇਸ਼ ਗੁਰੂ ਜਬ ਕਰੈ। ਜਦੋਂ ਗੁਰੂ ਉਪਦੇਸ਼ ਦਿੰਦੇ ਹਨ, ਭਾਈ ਸਿੱਖਾ ਇਹ ਰੱਸੀ ਹੈ, ਸੱਪ ਨਹੀਂ ਹੈ। ਹਾਂਜੀ, ਬ੍ਰਹਮ ਅਗਿਆਨ ਤਿਸੀ ਕੋ ਹਰੈ। ਕਹਿੰਦੇ ਉਹਦਾ ਅਗਿਆਨ ਦੂਰ ਹੋ ਜਾਂਦਾ। ਉਹ ਜਿਹੜਾ ਵਹਿਮ ਭਰਮ ਪਿਆ ਹੁੰਦਾ, ਮਾਧਵੇ ਕਿਆ ਕਹੀਐ ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਉਹ ਭਰਮ ਅਗਿਆਨ ਦੂਰ ਹੋ ਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਾਂਜੀ, ਕਲਪਿਓ ਜਗਤ ਸਰਪ ਕੀ ਨਿਆਈ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸੰਸਾਰ ਭਰਮ ਕਰਕੇ ਕਲਪਨਾ ਕੀਤੀ ਹੋਈ ਹੈ। ਜਿਵੇਂ ਬੰਦੇ ਨੇ ਰੱਸੀ ਦੇ ਵਿੱਚ ਸੱਪ ਦੀ ਕਲਪਨਾ ਕਰ ਲਈ। ਸੱਪ ਤਾਂ ਰੱਸੀ 'ਚ ਹੈ ਹੀ ਕੋਈ ਨਹੀਂ, ਨਾ ਪਹਿਲੇ ਸੀ, ਨਾ ਭਰਮ ਦੇ ਸਮੇਂ ਹੈ, ਅਤੇ ਨਾ ਭਰਮ ਦੀ ਨਿਰਵਿਰਤੀ ਤੋਂ ਬਾਅਦ ਰਹਿਣਾ। ਆਖੋ ਸ੍ਰੀ ਵਾਹਿਗੁਰੂ। ਰੱਸੀ 100 ਸਾਲ 1000 ਸਾਲ ਦੀ ਪਈ ਹੋਵੇ, ਉਹਨੇ ਕਦੀ ਕਿਸੇ ਨੂੰ ਡੰਗ ਨਹੀਂ ਮਾਰਿਆ ਹੋਣਾ। ਅਤੇ ਰੱਸੀ ਜਦੋਂ ਸਾਨੂੰ ਭਰਮ ਪੈ ਰਿਹਾ, ਅਸੀਂ ਦੇਖੀਏ ਉਦੋਂ ਵੀ ਉਹਨੇ ਡੰਗ ਨਹੀਂ ਮਾਰਿਆ। ਔਰ ਜਦੋਂ ਰੱਸੀ ਦੇ ਉੱਤੋਂ ਪਰਦਾ ਚੁੱਕਿਆ ਜਾਣਾ, ਰੱਸੀ ਕਲੀਅਰ ਹੋ ਜਾਣੀ ਵੀ ਰੱਸੀ ਹੈ, ਉਦੋਂ ਵੀ ਉਹਦਾ ਕੋਈ ਖਤਰਾ ਨਹੀਂ। ਖਤਰਾ ਓਨਾ ਚਿਰ ਹੈ ਜਿੰਨਾ ਚਿਰ ਉਹ ਸੱਪ ਕਰਕੇ ਪ੍ਰਤੀਤ ਹੁੰਦੀ ਹੈ। ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਐਗਜ਼ੈਂਪਲ ਵਰਤੀ, ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਰਾਜ ਨਾਮ ਰੱਜੂ ਦਾ, ਰੱਜੂ ਦਾ ਅਤੇ ਭੁਯੰਗ ਸੱਪ ਦਾ ਪ੍ਰਸੰਗ ਚੱਲਿਆ ਹੁੰਦਾ ਹੈ। ਵੀ ਰੱਸੀ 'ਚ ਸੱਪ ਆਮ ਵੀ ਵਰਤ ਲੈਂਦੇ ਆ ਵੀ ਰੱਸੀ ਦੇ ਸੱਪ ਬਣੇ ਆ ਜੀ, ਪਰ ਇਹ ਗੱਲ ਬੜੇ ਪੁਰਾਤਨ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਮਹਾਰਾਜ ਸਾਹਿਬ ਕਹਿੰਦੇ ਤੁਰਿਆ ਹੁੰਦਾ ਇਹ ਪ੍ਰਸੰਗ, ਅਬ ਕਛ ਮਰਮ ਜਨਾਇਆ। ਹੁਣ ਕੁਛ ਭੇਦ ਇਹਦਾ ਖੁੱਲਿਆ ਗੁਰੂ ਤੋਂ ਬਿਨਾਂ ਇਹ ਗੱਲ ਨਹੀਂ ਕਲੀਅਰ ਹੁੰਦੀ। ਹਾਂਜੀ, ਬ੍ਰਹਮ ਰਜੂ ਸਮਲਖ ਸੁਖ ਪਾਈ। ਜਿਹੜਾ ਬ੍ਰਹਮ ਹੈ, ਵਾਹਿਗੁਰੂ ਹੈ, ਉਹ ਰੱਸੀ ਦੀ ਨਿਆਈ ਹੈ। ਜਿਹੜਾ ਜਗਤ ਹੈ ਉਹ ਸੱਪ ਦੀ ਕਲਪਨਾ ਹੈ। ਜੀਵ ਨੇ ਕਲਪਨਾ ਕਰ ਲਈ ਅਗਿਆਨ ਕਰਕੇ ਵੀ ਇਹ ਸੰਸਾਰ ਹੈ, ਇਹ ਜਗਤ ਹੈ, ਇਹ ਦੁਨੀਆ ਹੈ, ਪਰ ਬ੍ਰਹਮ ਗਿਆਨੀ ਨੂੰ ਨਹੀਂ ਦਿਸਦਾ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਸ੍ਰੀ ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਪੜ੍ਹੋ। ਬ੍ਰਹਮ ਗਿਆਨ ਦੀ ਅਖੀਰਲੀ ਅਵਸਥਾ ਹੈ, ਤੁਰੀਆ ਅਵਸਥਾ ਹੈ, ਜਿੱਥੇ ਸੰਸਾਰ ਨਹੀਂ ਦਿਸਦਾ। ਜਦੋਂ ਸੰਸਾਰ ਦਾ ਅਭਾਵ ਹੋ ਜਾਂਦਾ ਹੈ, ਹੁਣ ਰਹਿੰਦਾ ਹੀ ਨਹੀਂ। ਕਈ ਲੋਕ ਸਮਝਦੇ ਆ ਵੀ ਜਦੋਂ ਦੁਨੀਆ ਨਹੀਂ ਸੀ ਬਣੀ ਉਦੋਂ ਦੀ ਗੱਲ ਕਰ ਰਹੇ ਆ। ਨਹੀਂ ਸਾਧ ਸੰਗਤ ਜੀ, ਮਹਾਰਾਜ ਉਹ ਹੁਣ ਦੀ ਗੱਲ ਕਰ ਰਹੇ ਆ। ਕਹਿੰਦੇ ਬ੍ਰਹਮ ਗਿਆਨੀ ਨੂੰ ਹੁਣ ਵੀ ਨਹੀਂ ਦਿਸਦਾ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਬ੍ਰਹਮ ਗਿਆਨੀ ਜਿਹਨੂੰ ਜਦੋਂ ਸੰਸਾਰ ਨਹੀਂ ਦਿਸਦਾ, ਪਾਪ ਪੁੰਨ ਤਬ ਕਹਤੇ ਹੋਤਾ। ਫਿਰ ਪਾਪ ਪੁੰਨ ਕਿੱਥੋਂ ਹੋਏਗਾ? ਪਾਪ ਪੁੰਨ ਓਨਾ ਚਿਰ ਹੈ ਜਿੰਨਾ ਚਿਰ ਰੱਸੀ ਦਾ ਸੱਪ ਬਣਿਆ ਹੋਇਆ ਸੰਸਾਰ ਪ੍ਰਤੀਤ ਹੋ ਰਿਹਾ। ਜਦੋਂ ਸੰਸਾਰ ਹੀ ਪ੍ਰਤੀਤ ਹੋਣੋਂ ਹਟ ਜਾਂਦਾ, ਦਿਸਣੋਂ ਹਟ ਜਾਂਦਾ, ਉਦੋਂ ਪਾਪ ਪੁੰਨ, ਜੰਮਣ ਮਰਨ, ਹਰਖ ਸੋ, ਖੁਸ਼ੀਆਂ ਗਮੀਆਂ ਸਭ ਖਤਮ ਹੋ ਜਾਂਦੀਆਂ। ਹਾਂਜੀ, ਬੰਦਿਆ ਸੁਤ ਸਮ ਜਗ ਨਹਿ ਕੂਰੋ। ਫਿਰ ਉਸ ਵੇਲੇ ਇੱਦਾਂ ਲੱਗਦਾ ਜਿਵੇਂ ਬਾਣੀ 'ਚ ਮਹਾਰਾਜ ਕਹਿੰਦੇ ਨਾ, ਬੰਸ ਕੋ ਪੂਤ ਵਿਆਹਣ ਚੱਲਿਆ। ਕਿਸੇ ਨੇ ਪੁੱਛਿਆ ਕਿੱਥੇ ਗਏ ਸੀ? ਕਹਿੰਦੇ ਬਾਂਝ ਦੇ ਪੁੱਤਰ ਦੀ ਬਰਾਤੇ ਗਏ ਸੀ। ਸਿਆਣਾ ਕਹਿੰਦਾ ਵੀ ਬਾਂਝ ਦਾ ਤਾਂ ਪੁੱਤਰ ਹੀ ਨਹੀਂ ਜੰਮਦਾ, ਉਹਦੀ ਬਰਾਤੇ ਕੀ ਜਾਣਾ? ਬਾਂਝ ਇਸਤਰੀ ਦਾ ਤਾਂ ਪੁੱਤਰ ਹੀ ਨਹੀਂ ਹੋਇਆ, ਉਹਦੀ ਬਰਾਤ ਕਿੱਥੇ ਜਾਂਦੀ? ਕੋਈ ਨਹੀਂ ਜਾਂਦੀ। ਕਹਿੰਦੇ ਸੰਸਾਰ ਇਉਂ ਹੈ ਜਿਵੇਂ ਬਾਂਝ ਇਸਤਰੀ ਦਾ ਪੁੱਤਰ ਹੁੰਦਾ ਹੈ। ਬੰਸ ਕੋ ਪੂਤ ਵਿਆਹਨ ਚੱਲਿਆ, ਸੋਇਨੇ ਮੰਡਪ ਛਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਜੀ ਨੇ ਐਗਜ਼ੈਂਪਲ ਦਿੱਤੀ ਹੈ। ਉਹ ਕਹਿੰਦੇ ਜਿਵੇਂ ਬਾਂਝ ਇਸਤਰੀ ਦਾ ਪੁੱਤਰ ਹੁੰਦਾ ਹੀ ਕੋਈ ਨਹੀਂ, ਇਸ ਤਰ੍ਹਾਂ ਬ੍ਰਹਮ ਗਿਆਨੀ ਲਈ ਜਗਤ ਹੁੰਦਾ ਹੀ ਕੋਈ ਨਹੀਂ। ਹਾਂਜੀ, ਇੰਦਰੈ ਵਿਸ਼ੈ ਦਿਖਤ ਬਿਦ ਰੂਰੇ। ਪਰ ਇੰਦਰੀਆਂ ਦੇ ਵਿਸ਼ਿਆਂ ਕਰਕੇ ਉਹ ਸੱਚੇ ਪ੍ਰਤੀਤ ਹੁੰਦੇ ਹੈ। ਵੀ ਅੱਖਾਂ ਨਾਲ ਦਿਖ ਰਿਹਾ ਸੰਸਾਰ, ਕੰਨਾਂ ਨਾਲ ਸੁਣਾਈ ਦੇ ਰਿਹਾ, ਨੱਕ ਨਾਲ ਸੁੰਘਿਆ ਜਾ ਰਿਹਾ, ਜੀਭ ਨਾਲ ਚੱਖਿਆ ਜਾ ਰਿਹਾ, ਚਮੜੀ ਨਾਲ ਛੂਹਿਆ ਜਾ ਰਿਹਾ। 5 ਹੀ ਗਿਆਨ ਇੰਦਰੀਆਂ ਦੁਆਰਾ ਜਗਤ ਅਨੁਭਵ 'ਚ ਆਉਂਦਾ। 6ਵੀਂ ਤਾਂ ਇੰਦਰੀ ਕੋਈ ਹੈ ਨਹੀਂ। 6ਵੀਂ ਇੰਦਰੀ ਮਨ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਵੀ ਮਨ ਇਹਨਾਂ 5 ਇੰਦਰੀਆਂ ਦੁਆਰਾ ਬਾਹਰਲੇ ਵਿਸ਼ਿਆਂ ਨੂੰ ਗ੍ਰਹਿਣ ਕਰਦਾ ਹੈ। ਮਨ ਕਰਕੇ ਇੰਦਰੀਆਂ ਚੇਤਨ ਹੁੰਦੀਆਂ ਅਤੇ ਬੁੱਧੀ ਉਹਦੇ ਉੱਤੇ ਕੰਟਰੋਲ ਕਰਦੀ ਹੈ, ਅਤੇ ਆਤਮਾ ਕਰਕੇ ਮਨ ਅਤੇ ਬੁੱਧੀ ਚੇਤਨ ਹੁੰਦੇ।
ਇਸ ਕਰਕੇ ਸਤਿਗੁਰੂ ਸਾਹਿਬ ਜੀ ਲਿਖ ਰਹੇ ਨੇ, ਛੇਵੇਂ ਪਾਤਸ਼ਾਹ ਫਰਮਾਨ ਕਰ ਰਹੇ ਨੇ ਵੀ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੇ ਉਹਨਾਂ ਦੇ ਜਿਹੜੇ ਵਿਸ਼ੇ ਨੇ, ਅੱਖਾਂ ਦਾ ਵਿਸ਼ਾ ਰੂਪ ਹੈ, ਕੰਨਾਂ ਦਾ ਵਿਸ਼ਾ ਸ਼ਬਦ ਹੈ, ਨਾਸਕਾ ਦਾ ਵਿਸ਼ਾ ਗੰਧ ਹੈ ਔਰ ਚਮੜੀ ਦਾ ਸਪਰਸ਼ ਹੈ ਅਤੇ ਜੀਭ ਦਾ ਰਸ ਹੈ। ਇਹਨਾਂ ਦੁਆਰਾ ਬਾਹਰਲੇ ਪਦਾਰਥ ਸੱਚੇ ਪ੍ਰਤੀਤ ਹੁੰਦੇ ਹਨ, ਸਤ ਬ੍ਰਹਮ ਕੀ ਸਤਿਆ ਸੰਗ। ਪਰ ਅਸਲ ਵਿੱਚ ਅੰਦਰ ਜਿਹੜੀ ਜੋਤ ਹੈ ਨਾ ਸੱਚੇ ਵਾਹਿਗੁਰੂ ਬ੍ਰਹਮ ਦੀ, ਉਹਦੀ ਸੱਤਿਆ ਦੇ ਨਾਲ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦੇ ਪ੍ਰਕਾਸ਼ ਨਾਲ ਇਹ ਸਾਰੀਆਂ ਇੰਦਰੀਆਂ 'ਚ ਪ੍ਰਕਾਸ਼ ਹੁੰਦਾ। ਅੱਖਾਂ ਆਪਣੇ ਆਪ ਨਹੀਂ ਦੇਖ ਸਕਦੀਆਂ ਜੇ ਆਤਮਾ ਨਾ ਹੋਵੇ, ਕੰਨ ਆਪਣੇ ਆਪ ਨਹੀਂ ਸੁਣ ਸਕਦੇ ਜੇ ਆਤਮਾ ਨਾ ਹੋਵੇ, ਹੱਥ ਪੈਰ ਨਹੀਂ ਚੱਲ ਸਕਦੇ ਜੇ ਆਤਮਾ ਨਾ ਹੋਵੇ। ਕਰਮ ਇੰਦਰੀਆਂ, ਗਿਆਨ ਇੰਦਰੀਆਂ ਵਾਹਿਗੁਰੂ ਦੀ ਸੱਤਾ ਨਾਲ ਹੀ ਕੰਮ ਕਰਦੀਆਂ ਹਨ। ਭਾਸਤ ਹੈ ਸਤ ਨਾਨਾ ਰੰਗ। ਕਹਿੰਦੇ ਨਾਨਾ ਪ੍ਰਕਾਰ ਦੇ ਮਾਇਆ ਦੇ ਰੰਗ ਭਾਸਦੇ ਹਨ, ਪ੍ਰਤੀਤ ਹੁੰਦੇ ਹਨ। ਜਹ ਸਾਚੋ ਹੋਵੈ ਤਿਸ਼ਟਾਨ। ਕਹਿੰਦੇ ਜਿੱਥੇ ਅਧਿਸ਼ਟਾਨ ਆਸਰਾ ਸੱਚਾ ਹੋਵੇ ਤਹਾਂ ਕਲਪਨਾ ਬਨ ਹੈ ਆਨ। ਉਥੇ ਹੋਰ ਵਸਤੂ ਦੀ ਕਲਪਨਾ ਹੁੰਦੀ ਹੈ। ਜੇ ਰੱਸੀ ਨਾ ਹੋਵੇ ਤੇ ਸੱਪ ਦੀ ਕਲਪਨਾ ਨਹੀਂ ਹੋ ਸਕਦੀ। ਰੱਸੀ ਹੁੰਦੀ ਹੈ, ਉਹ ਸੱਚੀ ਹੈ, ਰੱਸੀ ਨਹੀਂ ਝੂਠੀ। ਰੱਸੀ ਤਾਂ ਹੈ, ਸੱਪ ਝੂਠਾ ਹੈ ਜਿਹੜਾ ਕਲਪਨਾ ਕੀਤੀ ਹੈ। ਹਮੇਸ਼ਾ ਕਲਪਨਾ ਸੱਚੇ ਪਦਾਰਥ ਨੂੰ ਦੇਖ ਕੇ ਝੂਠ ਦੀ ਹੁੰਦੀ ਹੈ। ਮਾਰੂਥਲ ਦੇ ਵਿੱਚ ਪਾਣੀ ਦੀ ਕਲਪਨਾ ਮਿਰਗ ਕਰਦਾ ਹੈ, ਮਿਰਗ ਤ੍ਰਿਸ਼ਨਾ ਦੌੜਦਾ। ਜੇ ਮਾਰੂਥਲ ਹੀ ਨਾ ਹੋਵੇ ਫਿਰ ਤਾਂ ਪਾਣੀ ਦੀ ਕਲਪਨਾ ਕਰ ਨਹੀਂ ਸਕਦਾ। ਅਸੀਂ ਰੱਸੀ ਦੇ ਵਿੱਚ ਸੱਪ ਦੀ ਕਲਪਨਾ ਕਰਦੇ ਹਾਂ। ਜੇ ਰੱਸੀ ਹੀ ਨਾ ਹੋਵੇ ਫਿਰ ਸੱਪ ਦੀ ਕਲਪਨਾ ਕੋਈ ਨਹੀਂ ਹੋਵੇਗੀ। ਜਿੱਥੇ ਰੱਸੀ ਨਹੀਂ ਹੁੰਦੀ ਉੱਥੇ ਤਾਂ ਨਹੀਂ ਸੱਪ ਦਾ ਭੁਲੇਖਾ ਪਿਆ ਕਦੀ। ਸੱਪ ਦਾ ਭੁਲੇਖਾ ਹਮੇਸ਼ਾ ਉੱਥੇ ਪੈਂਦਾ ਜਿੱਥੇ ਰੱਸੀ ਹੋਵੇ, ਥੋੜ੍ਹਾ ਹਨੇਰਾ ਹੋਵੇ, ਥੋੜ੍ਹਾ ਚਾਨਣਾ ਹੋਵੇ। ਜਦ ਪੂਰਾ ਹਨੇਰਾ ਹੋਵੇ ਫਿਰ ਰੱਸੀ ਦਿਸਣੀ ਨਹੀਂ। ਜੇ ਪੂਰਾ ਚਾਨਣ ਹੋਵੇ ਫਿਰ ਰੱਸੀ ਕਲੀਅਰ ਹੋ ਜਾਣੀ ਹੈ, ਫਿਰ ਸੱਪ ਦਾ ਭੁਲੇਖਾ ਨਹੀਂ ਪੈਣਾ। ਕਹਿੰਦੇ ਜੇ ਬ੍ਰਹਮ ਹੈ, ਬ੍ਰਹਮ ਰੂਪੀ ਰੱਸੀ ਹੈ, ਅਤੇ ਉਹ ਜਿਹੜੀ ਆਤਮਾ ਦੀ ਚੇਤਨਾ, ਬ੍ਰਹਮ ਦੀ ਚੇਤਨਾ ਹੈ, ਉਹਦਾ ਪ੍ਰਕਾਸ਼ ਹੈ, ਅਗਿਆਨ ਦਾ ਹਨੇਰਾ ਹੈ। ਉਹ ਮਿਕਸ ਹੋ ਕੇ ਰੱਸੀ ਦਾ ਸੱਪ ਬਣਾਈ ਬੈਠਾ। ਰੱਸੀ ਬ੍ਰਹਮ ਹੈ, ਨਹੀਂ ਕਲੀਅਰ ਦਿਸਦੀ, ਸੱਪ ਦਿਸਦਾ ਹੈ। ਆਖੋ ਸ੍ਰੀ ਵਾਹਿਗੁਰੂ। ਜਗਤ ਦਿਸਦਾ ਹੈ। ਆਹ ਦੇਖੋ ਲੋਕ ਤੁਰੇ ਫਿਰਦੇ ਨੇ, ਆਹ ਸ਼ਹਿਰ ਵਸੇ ਨੇ, ਆਹ ਸਾਰਾ ਕੁਝ ਸੰਸਾਰ ਹੈ ਹੱਸਦਾ ਖੇਡਦਾ। ਜੇ ਕੋਈ ਕਵੇ ਨਹੀਂ ਹੈ, ਮੰਨਣਗੇ ਨਹੀਂ। ਕਹਿੰਦੇ ਲੈ ਇਹ ਤਾਂ ਪਾਗਲ ਆਦਮੀ ਜਿਹੜਾ ਕਹਿੰਦਾ ਹੈ ਨਹੀਂ। ਬ੍ਰਹਮ ਗਿਆਨੀ ਦੀ ਗੱਲ ਤਾਂ ਹੀ ਦੁਨੀਆ ਨੂੰ ਸਮਝ ਨਹੀਂ ਆਉਂਦੀ। ਉਹਨੂੰ ਦਿਸਦਾ ਹੀ ਨਹੀਂ, ਉਹ ਹੈ ਹੀ ਨਹੀਂ ਉਹਦੇ ਵਾਸਤੇ। ਉਹ ਕਹਿੰਦਾ ਤਿੰਨੇ ਕਾਲ ਹੀ ਜਗਤ ਨਹੀਂ ਹੈ, ਪਰ ਸਾਡੇ ਲਈ ਹੈ, ਕਿਉਂਕਿ ਅਸੀਂ ਭਰਮ ਦੇ ਵਿੱਚ ਪਏ ਹਾਂ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮय ओदद, जल केवल जल माही। माधवे क्या कही है भरम ऐसा, जैसा मानीए होए ना तैसा। ਭਰਮ ਦਾ ਇਹ ਸਰੂਪ ਹੈ। ਜਿਹੋ ਜਿਹਾ ਮੰਨੀ ਬੈਠੇ ਹਾਂ ਉੱਦਾਂ ਦਾ ਹੈ ਨਹੀਂ। ਅਸੀਂ ਮੰਨੀ ਬੈਠੇ ਹਾਂ ਸੱਪ ਹੈ ਰੱਸੀ। ਹਾਂਜੀ। ਜਾਵਤ ਨਹਿ ਤਿਸ਼ਟਾਨ ਸੋ ਜਨ ਹੈ। ਜਿੰਨਾ ਚਿਰ ਆਸਰੇ ਨੂੰ ਕਲੀਅਰ ਨਹੀਂ ਜਾਣਦਾ, ਯਾਨੀ ਰੱਸੀ ਨੂੰ ਕਲੀਅਰ ਨਹੀਂ ਜਾਣਦਾ ਵੀ ਰੱਸੀ ਹੈ, ਹਾਂਜੀ, ਤਾਵਤ ਭ੍ਰਮ ਤੇ ਕਲਪਨ ਠਨ ਹੈ। ਉਹਨਾਂ ਚਿਰ ਸੱਪ ਦੀ ਕਲਪਨਾ ਕਰੀ ਜਾਂਦਾ। ਜਦੋਂ ਲਾਲਟੈਨ ਜਾਂ ਟਾਰਚ ਜਾਂ ਮੋਬਾਈਲ ਦੀ ਕੋਈ ਬੈਟਰੀ ਜਾਂ ਕੋਈ ਬਲਬ ਜਾਂ ਕੋਈ ਮੋਮਬੱਤੀ ਜਾਂ ਕੋਈ ਦੀਵਾ ਬਾਲ ਕੇ ਦੇਖ ਲਵੇ, ਸੂਰਜ ਚੜ੍ਹ ਜਾਵੇ, ਚੰਦਰਮਾ ਆ ਜਾਵੇ, ਕਲੀਅਰ ਦੇਖ ਲਵੇ ਵੀ ਇਹ ਰੱਸੀ ਹੈ, ਉਦੋਂ ਫਿਰ ਕਲਪਨਾ ਖਤਮ ਹੋ ਜਾਂਦੀ ਸੱਪ ਦੀ। ਕਲਪਨਾ ਉਹਨਾਂ ਚਿਰ ਹੈ ਜਿੰਨਾ ਚਿਰ ਰੱਸੀ ਦਾ ਕਲੀਅਰ ਗਿਆਨ ਨਹੀਂ, ਉਹਨਾਂ ਚਿਰ ਕਹਿੰਦਾ ਵੀ ਸੱਪ 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 ਸੱਪ। ਜਿੰਨਾ ਚਿਰ ਬ੍ਰਹਮ ਦਾ ਗਿਆਨ ਨਹੀਂ, ਪਰਮਾਤਮਾ ਦਾ ਗਿਆਨ ਨਹੀਂ, ਉਹਨਾਂ ਚਿਰ ਦੁਨੀਆ 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 ਦਿਸਦੀ ਹੈ। ਹਾਂਜੀ। ਨਿਸ਼ਚੈ ਹੋਏ ਗਿਆਨ ਤਿਸ਼ਟਾਨ। ਆ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਆਸਰੇ ਦਾ ਗਿਆਨ, ਕਿਉਂਕਿ ਇਹ ਤਾਂ ਪੱਕੀ ਗੱਲ ਹੈ ਵੀ ਰੱਸੀ ਬਿਨਾਂ ਸੱਪ ਬਣਨਾ ਨਹੀਂ, ਪਰ ਜੇ ਰੱਸੀ ਦਾ ਗਿਆਨ ਹੋ ਜਾਏ ਫਿਰ ਵੀ ਸੱਪ ਰਹਿਣਾ ਕੋਈ ਨਹੀਂ। ਇਹ ਸੰਸਾਰ ਬਣਿਆ ਕਾਹਦੇ ਆਸਰੇ ਤੇ? ਰੱਸੀ ਦੇ। ਰੱਸੀ ਕਿਹੜੀ ਹੈ? ਪਰਮਾਤਮਾ। ਪਰਮਾਤਮਾ ਰੱਸੀ ਹੈ, ਸੰਸਾਰ ਸੱਪ ਹੈ, ਦਿਸ ਰਿਹਾ, ਪਰ ਸੱਪ ਝੂਠਾ ਹੈ, ਪਰਮਾਤਮਾ ਰੱਸੀ ਸੱਚੀ ਹੈ।
ਪਰ ਉਹਦਾ ਕਲੀਅਰ ਨਹੀਂ ਪਤਾ ਲੱਗ ਰਿਹਾ ਪਰਮਾਤਮਾ ਦਾ, ਤੇ ਸੰਸਾਰ ਰੂਪੀ ਸੱਪ ਬਣਿਆ ਹੋਇਆ। ਜਦੋਂ ਸੱਪ ਰੱਸੀ ਕਲੀਅਰ ਹੋ ਗਈ, ਸੱਪ ਖਤਮ ਹੋ ਗਿਆ। ਬ੍ਰਹਮ ਗਿਆਨੀ ਨੂੰ ਸੰਸਾਰ ਨਹੀਂ ਦਿਸਦਾ, ਨਿਰੰਕਾਰ ਹੀ ਦਿਸਦਾ ਹੈ। ਸੰਸਾਰੀਆਂ ਨੂੰ ਭਰਮ ਵਿੱਚ ਪਿਆ ਨੂੰ ਸੰਸਾਰ ਹੀ ਦਿਸਦਾ, ਨਿਰੰਕਾਰ ਨਹੀਂ ਦਿਸਦਾ। ਇਹ ਫਰਕ ਹੈ। ਹਾਂਜੀ, ਪੁਨਹ ਕਲਪਨਾ ਕਰਹਿ ਨ ਆਨ। ਜਦੋਂ ਕਲੀਅਰ ਹੋ ਜਾਂਦਾ ਵੀ ਇਹ ਰੱਸੀ ਹੈ, ਫਿਰ ਉਹ ਕਲਪਨਾ ਨਹੀਂ ਕਰਦਾ ਕਿ ਸੱਪ ਹੈ। ਬ੍ਰਹਮ ਗਿਆਨੀ ਨੂੰ ਕਦੀ ਵੀ ਕਲਪਨਾ ਨਹੀਂ ਹੁੰਦੀ ਕਿ ਜਗਤ ਹੈ। ਉਹਨੂੰ ਤੱਤੀ ਤਵੀ ਤੇ ਬੈਠਿਆ ਵੀ ਤੇਰਾ ਕੀਆ ਮਿੱਠਾ ਲੱਗਦਾ ਹੈ। ਉੱਥੇ ਵੀ ਕਹਿੰਦਾ ਵੀ ਇਹ ਤੂੰ ਹੀ ਹੈ, ਅੱਗ ਦੀਆਂ ਲਾਟਾਂ ਵੀ ਤੂੰ ਹੀ ਹਨ, ਤੱਤਾ ਰੇਤਾ ਵੀ ਤੂੰ ਹੀ ਹੈ। ਉੱਥੇ ਸਭ ਬ੍ਰਹਮ ਰੂਪ ਦਿਸਦਾ ਹੈ। ਉੱਥੇ ਕੋਈ ਕਲਪਨਾ ਮਾਇਆ ਦੀ, ਜਗਤ ਦੀ, ਸੰਸਾਰ ਦੀ ਪ੍ਰਤੀਤੀ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਦੀ ਬਾਣੀ ਦੇ ਇਹ ਬਚਨ ਹਨ ਕਿ ਸੰਸਾਰ ਨਾਲੋਂ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ब्रह्म ज्ञानी सदा निर्दोष, जैसे सूर सर्व को सोख। ब्रह्म ज्ञानी कै दृष्ट समान, जैसे राज रंग को लागै तुल पवान। ਉਹਦੀ ਦ੍ਰਿਸ਼ਟੀ ਤੇ ਸਾਡੀ ਦ੍ਰਿਸ਼ਟੀ 'ਚ ਫਰਕ ਹੈ। ਹਾਂਜੀ, ਜਾਂ ਤੇ ਸੁਨਹੁ ਸੰਤ ਸ਼ਰੁਤ ਮਾਹੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉਸ ਸੰਤ ਨੂੰ ਕਹਿੰਦੇ, ਹੈ ਸੰਤ ਜੀ ਸੁਣੋ। ਹਾਂਜੀ, ਜਿਹ ਅਲੰਬ ਜਗ ਜਨ ਹੋ ਤਾਹੇ। ਹਾਂ, ਇਹ ਜਿਸ ਦੇ ਆਸਰੇ ਤੇ ਜਗਤ ਦਿਸਦਾ ਹੈ, ਤੁਸੀਂ ਉਸ ਆਸਰੇ ਨੂੰ ਪਛਾਣੋ। ਜਿਹਦੇ ਆਸਰੇ ਤੇ ਰੱਸੀ ਸੱਪ ਦਿਸਦਾ ਹੈ, ਉਸ ਰੱਸੀ ਨੂੰ ਪਛਾਣੋ। ਤੁਸੀਂ ਰੱਸੀ ਨੂੰ ਕਲੀਅਰ ਦੇਖੋ, ਸੱਪ ਨਿਕਲੇਗਾ, ਖਤਮ ਹੋਵੇਗਾ। ਬ੍ਰਹਮ ਨੂੰ ਦੇਖੋ, ਜਗਤ ਮਿਟੇਗਾ। ਹਾਂਜੀ, ਜਿਸ ਜਾਣੇ ਸਗਰੋ ਭ੍ਰਮ ਜਾਏ। ਜਿਸ ਬ੍ਰਹਮ ਨੂੰ, ਬ੍ਰਹਮ ਰੂਪੀ ਰੱਸੀ ਨੂੰ ਜਾਣਨ ਨਾਲ ਸੱਪ ਰੂਪੀ ਜਗਤ ਖਤਮ ਹੋ ਜਾਏਗਾ, ਭਰਮ ਮਿਟ ਜਾਏਗਾ ਸਾਰਾ। ਹਾਂਜੀ, ਸਭ ਬਚਿੱਤਰਤਾ ਏਕ ਲਖਾਏ। ਸਾਰੀ ਇੱਕ ਵਿਚਿੱਤਰ ਕਲਾ ਨਜ਼ਰ ਆਵੇਗੀ। ਇਹ ਸਭ ਵਾਹਿਗੁਰੂ ਦੀ ਖੇਡ ਨਜ਼ਰ ਆਵੇਗੀ। ਇੱਕ ਸੁਪਨਾ ਹੈ, ਇੱਕ ਖੇਡ ਹੈ। ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ। ਇਹ ਤਾਂ ਬਾਜੀਗਰ ਦੀ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਉਹ ਤਮਾਸ਼ਾ ਕਰਨ ਵਾਲੇ, ਮੈਜਿਕ ਕਰਨ ਵਾਲੇ ਕਿੰਨੇ ਕੁ ਭੇਸ ਬਣਾ ਕੇ ਦਿਖਾ ਦਿੰਦੇ ਨੇ। ਹੁੰਦਾ ਤਾਂ ਕੁਛ ਵੀ ਨਹੀਂ। ਇੱਦਾਂ ਹੱਥ ਨਾਲ ਨੋਟਾਂ ਦੀਆਂ ਥੱਦੀਆਂ ਕੱਢਤੀਆਂ, ਉਸੇ ਵੇਲੇ ਉਹਨਾਂ ਦੇ ਕਬੂਤਰ ਬਣਾਤੇ, ਉਸੇ ਵੇਲੇ ਅੱਗ ਲਾਤੀ। ਕਿਸੇ ਲੜਕੀ ਨੂੰ ਵੱਢ ਕੇ 2 ਟੋਟੇ, ਅਸੀਂ ਕਹਿੰਦੇ ਹੈ ਇਹ ਦੋ ਕਰਤੇ, ਇਹ ਮਾਰ ਦਿੱਤਾ। ਕੁਛ ਵੀ ਨਹੀਂ ਹੁੰਦਾ, ਹੁੰਦਾ ਕੁਛ ਵੀ ਨਹੀਂ। ਦਿਸਦਾ ਬਹੁਤ ਕੁਛ ਹੈ। ਅਕਾਲ ਪੁਰਖ ਦੀ ਮਾਇਆ ਹੈ, ਵਿਚਿੱਤਰ ਹੈ। ਨਾ ਇਹਦਾ ਕੋਈ ਆਦ ਹੈ, ਨਾ ਕੋਈ ਇਹਦਾ ਅੰਤ ਹੈ। ਇਹ ਵਾਹਿਗੁਰੂ ਦੀ ਲੀਲਾ ਹੈ। ਹਾਂਜੀ, ਬ੍ਰਹਮ ਸਰੂਪ ਆਪ ਹੋਏ ਮਾਨ। ਜਦੋਂ ਆਪਣੀ ਆਤਮਾ ਨੂੰ ਬ੍ਰਹਮ ਨਾਲ ਅਭੇਦ ਕਰਕੇ ਜਾਣਾਂਗੇ, ਉਸ ਵੇਲੇ ਇਹ ਸੰਸਾਰ ਜਗਤ ਮਿਥਿਆ ਪ੍ਰਤੀਤ ਹੋਵੇਗਾ। ਹਾਂਜੀ, ਸਤ ਚੇਤਨ ਆਨੰਦ ਮਹਾਨ। ਆਪਣੀ ਆਤਮਾ ਨੂੰ ਦੇਖੋ, ਇਹ ਸਤ ਹੈ, ਇਹ ਚੇਤਨ ਹੈ, ਇਹ ਆਨੰਦ ਸਰੂਪ ਹੈ। ਇਹ ਰੱਸੀ ਹੈ ਮੂਲ, ਇਹ ਮੂਲ ਰੱਸੀ ਹੈ, ਜਿਹਦੇ ਕਰਕੇ ਸੱਪ ਸੰਸਾਰ ਦਿਸ ਰਿਹਾ ਹੈ। ਹਾਂਜੀ, ਜੇ ਮਾਇਆ ਕੋ ਕੀਜਹਿ ਨਿਰਨੋ। ਜੇ ਮਾਇਆ ਦਾ ਨਿਰਣਾ ਕਰਨਾ ਚਾਹੁੰਦੇ ਹੋ, ਇਸ ਕੋ ਅੰਤ ਨਾ ਕਿਉ ਹੂੰ ਬਰਨੋ। ਤਾਂ ਇਹਦਾ ਅੰਤ ਨਹੀਂ ਪੈਣਾ। ਇਹਦਾ ਅੰਤ ਕਿਸੇ ਤੋਂ ਵੀ ਨਹੀਂ ਪਿਆ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਵਾਹਿਗੁਰੂ ਦੀ ਮਾਇਆ ਦਾ ਬਹੁਤ ਵੱਡਾ ਪਸਾਰਾ ਹੈ। ਕਿਸੇ ਤਰੀਕੇ ਨਾਲ ਵੀ ਇਹਦਾ ਅੰਤ ਕੋਈ ਪਾ ਨਹੀਂ ਸਕਿਆ। ਹਾਂਜੀ, ਜੁਗ ਕੋਟਾਨ ਕੋਟ ਗਨ ਹੇਰੈ। ਕਰੋੜਾਂ ਯੁੱਗ ਲੱਗ ਜਾਣ, ਕਰੋੜਾਂ ਯੁੱਗ ਲੱਗਾ ਰਵੇ ਬੰਦਾ ਖੋਜ ਕਰਨ ਵੀ ਕੁਦਰਤ ਦਾ ਮੈਂ ਅੰਤ ਪਾ ਲਾਂਗਾ, ਨਹੀਂ ਪਾ ਸਕਦਾ। ਹਾਂਜੀ, ਤਉ ਸੋ ਲਖੀਅਤ ਪਰੇ ਪਰੇ ਰਹਿ। ਪਰੇ ਤੋਂ ਪਰੇ ਹੀ ਹੈ, ਪਰੇ ਤੋਂ ਧਰਤੀ ਹੋਰ, ਪਰੇ ਹੋਰ। ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ। ਮਾਰੇ ਕਹਿੰਦੇ ਲੇਖਾ ਲਿਖਿਆ ਕੀਤਾ ਹੋਏ, ਬੇਅੰਤ ਹੀ ਹੋ ਜਾਣਾ, ਅੰਤ ਨਹੀਂ ਪੈਣਾ। ਹਾਂਜੀ, ਮਾਇਆ ਕੀ ਹੈ ਸ਼ਕਤ ਅਨੰਤ। ਮਹਾਰਾਜ ਕਹਿੰਦੇ, ਹੇ ਸੰਤ ਜੀ, ਮਾਇਆ ਦੀਆਂ ਬੇਅੰਤ ਸ਼ਕਤੀਆਂ, ਅਨੰਤ ਸ਼ਕਤੀਆਂ ਹਨ। ਹਾਂਜੀ, ਖੋਜ ਹਾਰੇ ਬੁੱਧਵੰਤ। ਬੁੱਧੀਵਾਨ ਸਿਆਣੇ ਖੋਜੀ ਖੋਜ ਕੇ ਹਜ਼ਾਰਾਂ ਸਾਲਾਂ ਤੋਂ ਥੱਕ ਗਏ ਨੇ। ਮਾਇਆ ਦੀਆਂ ਸ਼ਕਤੀਆਂ ਦਾ ਅੰਤ ਨਹੀਂ ਪਿਆ। ਹਾਂਜੀ, ਕਿਸਤੇ ਪਾਰ ਨਾ ਪਾਇਓ ਜਾਏ। ਕਿਸੇ ਕੋਲੋਂ ਵੀ ਮਾਇਆ ਦੀਆਂ ਸ਼ਕਤੀਆਂ ਦਾ ਪਾਰ ਨਹੀਂ ਪੈਂਦਾ, ਅੰਤ ਨਹੀਂ ਪੈਂਦਾ। ਹਾਂਜੀ, ਜਾਂ ਤੇ ਏਕ ਰਹਿ ਲਿਵ ਲਾਏ। ਇਸ ਕਰਕੇ ਗਿਆਨੀ ਪੁਰਸ਼ ਇੱਕ ਨਾਲ ਲਿਵ ਲਾ ਲੈਂਦੇ ਨੇ। ਉਹ ਇਸ ਮਾਇਆ ਦੇ ਪਸਾਰੇ ਦਾ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ।
ਆਪਣੀ ਆਤਮਾ ਵਿੱਚ ਜਾ ਵਿਰਾਜਦੇ ਨੇ, ਜਿੱਥੇ ਪਰਮਾਤਮਾ ਬੈਠਾ ਹੋਇਆ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਹਰੈ। ਹਾਂਜੀ, ਸੋਈ ਭਗਤ ਸੰਤ ਸੋ ਗਿਆਨੀ। ਮਹਾਰਾਜ ਕਹਿੰਦੇ ਉਹੀ ਭਗਤ ਹੈ, ਉਹੀ ਸੰਤ ਹੈ, ਉਹੀ ਬ੍ਰਹਮ ਗਿਆਨੀ ਹੈ, ਜਿਹਨੇ ਆਪਣੀ ਆਤਮਾ ਵਿੱਚ ਸੁਰਤੀ ਟਿਕਾ ਲਈ ਹੈ। ਹਾਂਜੀ, ਸੋਈ ਤਤ ਬੇਤਾ ਗੁਣ ਖਾਨੀ। ਉਹੀ ਤਤ ਨੂੰ ਜਾਣਨ ਵਾਲਾ, ਤਤ ਦਾ ਗਿਆਨੀ ਬੇਤਾ ਹੈ, ਗੁਣਾਂ ਦੀ ਖਾਨ ਹੈ, ਜੋ ਆਤਮਾ ਵਿੱਚ ਪਰਮਾਤਮਾ ਵਿੱਚ ਲੀਨ ਹੋ ਗਿਆ ਹੈ। ਧੰਨ ਪੁਰਖ ਤਿਨ ਲੀਨ ਸਲਾਹਾ। ਧੰਨ ਹਨ ਉਹ ਮਹਾਂਪੁਰਸ਼ ਬ੍ਰਹਮ ਗਿਆਨੀ, ਜਿਨ੍ਹਾਂ ਨੇ ਸੰਸਾਰ ਤੇ ਆ ਕੇ ਇਹ ਲਾਹਾ ਲਿਆ ਹੈ। ਹਰ ਇੱਕ ਬੰਦੇ ਨੂੰ ਇਹ ਸਮਝ ਨਹੀਂ ਆਈ, ਹਰ ਇੱਕ ਬੰਦੇ ਨੂੰ ਸੱਪ ਹੀ ਦਿਸਿਆ, ਕਿਸੇ ਵਿਰਲੇ ਨੂੰ ਰੱਸੀ ਦਿਸੀ ਹੈ, ਬਸ ਕਿਸੇ ਵਿਰਲੇ ਨੂੰ, ਬਾਕੀ ਸਾਰਿਆਂ ਨੇ ਸੱਪ ਹੀ ਬਣਾਇਆ ਸੀ। ਹਾਂ, ਯੁੱਗ ਬੀਤ ਗਏ, ਕਰੋੜਾਂ ਯੁੱਗ ਬੀਤ ਗਏ, ਉਹ ਸੱਪ ਨਿਕਲਿਆ ਨਹੀਂ, ਰੱਸੀ ਦੇ ਵਿੱਚ ਬੈਠਾ ਰਿਹਾ। ਹਾਂਜੀ, ਬਿਨ ਇੱਕ ਜਾਣੇ ਅਖਿਲ ਫਨਾਹਾ। ਜਿੰਨਾ ਚਿਰ ਇੱਕ ਨੂੰ ਨਹੀਂ ਜਾਣਦੇ ਉਹਨਾਂ ਚਿਰ ਭਰਮ ਹੀ ਰਹਿਣਾ। ਮਹਾਰਾਜ ਕਹਿੰਦੇ ਸਭ ਫਨਾਹ ਹੋ ਜਾਣਗੇ, ਜੰਮੀ ਜਾਣਗੇ ਮਰੀ ਜਾਣਗੇ, ਜੰਮੀ ਜਾਣਗੇ ਮਰੀ ਜਾਣਗੇ, ਕਿਸੇ ਸਥਾਉ ਟਿਕਾਣੇ ਨਹੀਂ ਲੱਗਣਗੇ। ਹਾਂਜੀ, ਸੁਨ ਸਤਿਗੁਰ ਕੇ ਬਾਕ ਸੋ ਸਾਧੂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਧੂ ਨੇ ਬਚਨ ਸੁਣੇ ਜਦੋਂ, ਹਾਂਜੀ, ਜਾਣੇ ਇਹ ਅਵਤਾਰ ਅਗਾਧੂ। ਉਹਨੇ ਜਾਣ ਲਿਆ ਵੀ ਇਹ ਅਵਤਾਰੀ ਪੁਰਸ਼ ਮਹਾਂਪੁਰਸ਼ ਹਨ। ਹਾਂਜੀ, ਕਿਰਪਾ ਦ੍ਰਿਸ਼ਟ ਤੇ ਭਇਓ ਨਿਹਾਲ। ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਨਾਲ ਉਹ ਸਾਧੂ ਨਿਹਾਲ ਹੋਇਆ, ਮਜਨੂ ਦੇ ਟਿੱਲੇ ਵਾਲਾ। ਤਬ ਗੁਰ ਮਹਿਮਾ ਲਖੀ ਵਿਸਾਲ। ਉਹਨੇ ਗੁਰੂ ਸਾਹਿਬ ਦੀ ਮਹਿਮਾ ਜਾਣੀ ਵੀ ਮਹਾਂਪੁਰਸ਼ ਅਵਤਾਰੀ ਪੁਰਸ਼ ਮੇਰੇ ਕੋਲ ਆਏ ਹਨ। ਹਾਂਜੀ, ਧੰਨ ਧੰਨ ਗੁਰ ਕਹਿ ਸਭ ਬਾਣੀ। ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ। ਪਦ ਅਰਬਿੰਦ ਬੰਦਨਾ ਠਾਨੀ। ਉਹਨੇ ਚਰਨਾਂ ਤੇ ਮੱਥਾ ਟੇਕਿਆ, ਸੰਸੈਹੀਨ ਭਇਓ ਔਰ ਮੇਰਾ। ਕਹਿਣ ਲੱਗਾ ਅੱਜ ਮੇਰੇ ਸੰਸੇ ਮਿਟ ਗਏ ਨੇ, ਅੱਜ ਮੈਨੂੰ ਆਤਮ ਗਿਆਨ ਹੋ ਗਿਆ। ਜਿੰਨੀ ਮੈਂ ਭਗਤੀ ਕੀਤੀ, ਜਪ ਤਪ ਕੀਤੇ, ਸਾਧਨਾ ਕੀਤੀਆਂ, ਸਾਰੀਆਂ ਅੱਜ ਸਫਲੀਆਂ ਹੋ ਗਈਆਂ ਨੇ। ਕਿਉਂਕਿ ਦੀਵਾ ਤੇਲ ਬੱਤੀ ਤਿਆਰ ਹੁੰਦੀ ਹੈ, ਬਸ ਸਿਰਫ ਮਾਚਿਸ ਦੀ ਤੀਲੀ ਲਾਣੀ ਬਾਕੀ ਹੁੰਦੀ ਹੈ। ਉਹ ਭਗਤੀ ਕਰਕੇ ਦੀਵਾ ਤਿਆਰ ਹੋ ਗਿਆ, ਤੇਲ ਵੀ ਤਿਆਰ ਹੋ ਗਿਆ, ਬੱਤੀ ਵੀ ਤਿਆਰ ਹੋ ਗਈ। ਤੁਸੀਂ ਕਿਰਪਾ ਕੀਤੀ, ਬ੍ਰਹਮ ਗਿਆਨ ਦੀ ਜੋਤ ਜਗਾ ਦਿੱਤੀ। ਹਾਂਜੀ, ਸੁਨਤ ਬਾਕ ਅਰ ਦਰਸ਼ਨ ਹੇਰਾ। ਆਪ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਮੇਰਾ ਮਨ ਨਿਹਾਲ ਹੋ ਗਿਆ। ਹਾਂਜੀ, ਜਾਏ ਆਪਣੇ ਥਾਨ ਰਹਿਓ ਹੈ। ਉਹ ਸੰਤ ਆਪਣੀ ਥਾਂ ਤੇ ਆਪਣੇ ਡੇਰੇ ਤੇ ਚਲਾ ਗਿਆ, ਜਿੱਥੇ ਉਹਦਾ ਉੱਥੇ ਲਾਗੇ ਹੀ ਮਜਨੂ ਦੇ ਟਿੱਲੇ ਤੇ ਅਸਥਾਨ ਸੀ। ਆਪਣੇ ਕਮਰੇ 'ਚ ਜਾਂ ਆਪਣੀ ਕੁਟੀਆ 'ਚ ਜਾ ਬੈਠਾ। ਹਾਂਜੀ, ਚਿਤਵਤ ਚਿਤ ਜੋ ਗੁਰੂ ਕਹਿਓ ਹੈ। ਜੋ ਮਹਾਰਾਜ ਨੇ ਬਚਨ ਕਹੇ ਉਹ ਚੇਤੇ ਕਰਦਾ, ਚਿੰਤਨ ਕਰਦਾ, ਆਤਮ ਚਿੰਤਨ 'ਚ ਲੱਗ ਗਿਆ ਹੈ। ਹਾਂਜੀ, ਡੇਢ ਜਾਮ ਨਿਸ ਗਈ ਬਤੀਤ। ਡੇਢ ਪਹਿਰ ਰਾਤ ਬੀਤ ਗਈ ਸੀ, ਇਹ ਗੱਲਬਾਤ ਚੱਲਦੀ ਰਹੀ ਸੀ। ਹਾਂਜੀ, ਉਪਦੇਸ਼ੋ ਲਖ ਕੈ ਯੁਤ ਪ੍ਰੀਤ। ਰਾਤ ਕੋਈ 11-12 ਵਜੇ ਤੱਕ ਗੁਰੂ ਸਾਹਿਬ ਉਪਦੇਸ਼ ਦਿੰਦੇ ਰਹੇ ਇਕੱਲੇ, ਕਿਉਂਕਿ ਇਹ ਗੱਲ ਸਾਰਿਆਂ ਦੀ ਸਮਝ ਨਹੀਂ ਆਉਂਦੀ, ਸਾਰਿਆਂ ਅੱਗੇ ਖੋਲ੍ਹੀ ਵੀ ਨਹੀਂ ਜਾਂਦੀ। ਕਬੀਰ ਰਾਮ ਰਤਨ ਮੋ ਕੋਥਰੀ ਪਾਰਖ ਅੱਗੇ ਖੋਲ, ਕੋਈ ਆਏ ਮਿਲੇਗੋ ਗਾਹਕੀ ਲੈਗੋ ਮਹਿੰਗੇ ਮੋਲ। ਕੋਈ ਬਿਰਲਾ ਹੀ ਗਾਹਕ ਹੁੰਦਾ ਇਹਨਾਂ ਚੀਜ਼ਾਂ ਦਾ, ਉਹ ਸੰਤ ਗਾਹਕ ਸੀਗਾ। 6ਵੇਂ ਪਾਤਸ਼ਾਹ ਨੇ ਉਹਦੇ ਅੱਗੇ ਖਜ਼ਾਨਾ ਖੋਲ੍ਹ ਦਿੱਤਾ। ਹਾਂਜੀ, ਪੁਨ ਸਤਿਗੁਰ ਸ਼੍ਰੀ ਹਰਿ ਗੋਬਿੰਦ। ਫਿਰ ਮਹਾਰਾਜ 6ਵੇਂ ਪਾਤਸ਼ਾਹ ਜੀ ਬਿਰਾਜ ਗਏ। ਭਏ ਅਰੂੜ ਪ੍ਰਯੰਕ ਬਿਲੰਦ। ਆਪ ਸੰਤ ਚਲਾ ਗਿਆ ਤੇ ਗੁਰੂ ਜੀ ਪਲੰਗ ਦੇ ਉੱਤੇ ਕੁਝ ਘੜੀਆਂ ਆਰਾਮ ਕਰਨ ਲਈ ਬਿਰਾਜ ਗਏ। ਪੌੜ ਰਹੇ ਸੁਖ ਪਾਏ ਬਡੇਰੇ। ਸਤਿਗੁਰੂ ਜੀ ਬਿਰਾਜੇ ਰਹੇ ਸੁਖ ਦੇ ਨਾਲ। ਸਾਵਧਾਨ ਚਾਕਰ ਚਹੁ ਫੇਰੇ। ਆਲੇ ਦੁਆਲੇ ਫੌਜ ਪਹਿਰਾ ਦਿੰਦੀ ਸੀ। ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਸਤਿਗੁਰੂ ਸਵਾ ਪਹਿਰ ਰਾਤ ਰੈਡੀ ਉੱਠੇ। ਪਹਿਲੀ ਵਾਰੀ ਜਹਾਂਗੀਰ ਬਾਦਸ਼ਾਹ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਮੁਲਾਕਾਤ ਦਿੱਲੀ 'ਚ ਹੋਈ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ